ਕੰਮ ਇੱਥੇ ਬਹੁਤ ਘੱਟ ਨੇ। ਠੀਕ ਹੈ। ਜੇ ਕੋਈ ਮਿਲਦਾ ਤਾਂ ਕੰਸਟਰਕਸ਼ਨ ਦਾ ਮਿਲਦਾ ਕਿਸੇ ਬਿਲਡਰ ਵਗੈਰਾ ਨਾਲ। ਫੀਸਾਂ ਤਾਂ ਨਿਕਲਦੀਆਂ ਨਹੀਂ ਇੱਥੇ ਕਿ ਕੰਮ ਜੇ ਹੋਏਗਾ ਤਾਂ ਫੀਸਾਂ ਅਸੀਂ ਕੱਢਾਂਗੇ ਜੀ। ਤੇ ਉੱਤੋਂ ਆ ਗਈ ਗੱਲ ਐਕੋਮੋਡੇਸ਼ਨ ਦੀ। ਐਕੋਮੋਡੇਸ਼ਨ ਬਹੁਤ ਮਹਿੰਗੀ ਹੈ। ਕਿਰਾਇਆ ਕਿੰਨਾ ਆ ਹੁਣ? ਅਕਮੋਡੇਸ਼ਨ ਦੇ ਕੀ ਹਾਲਾਤ ਨੇ? ਕਿਰਾਇਆ ਤਾਂ ਫਿਰ ਜੇ ਕੰਮ ਘੱਟ ਨੇ ਕਿਰਾਇਆ ਵੀ ਘੱਟ ਹੀ ਦੇਣਾ ਪੈਂਦਾ ਹੁਣ। ਬਾਕਸ ਰੂਮ ਜੀ ਉਹ ਰੂਮ ਹੁੰਦਾ ਜਿਹ 'ਚ ਸਿਰਫ ਆਪਾਂ ਕਹਿ ਲਈਏ ਕਿ ਆਪਣਾ ਸਮਾਨ ਤੇ ਆਪਾਂ ਖੁਦ ਹੀ ਆ ਸਕਦੇ ਹਾਂ। ਲੋਕਾਂ ਨੇ ਤੇ ਇੰਨੀ ਹੱਥ ਚੱਕੀ ਪਈ ਹੈ ਜੀ, ਉਹ ਵੀ ਲਗਭਗ 500 ਤੋਂ ਲੈ ਕੇ 575 ਦੇ ਵਿੱਚ ਦਿੰਦੇ ਆ। ਹਾਲਾਤ ਤੇ ਇੱਥੋਂ ਦੇ ਜੇ ਆਪਾਂ ਕਹਿ ਲਈਏ ਅੱਗੇ ਨਾਲੋਂ ਤੇ ਬਹੁਤ ਜ਼ਿਆਦਾ ਮਾੜੇ ਆ। ਉੱਥੋਂ ਤੁਰੇ ਸੀ ਤਾਂ ਇੰਗਲੈਂਡ ਹੋਰ ਤਰ੍ਹਾਂ ਦਾ ਦੱਸਿਆ ਗਿਆ ਹੋਣਾ, ਹੁਣ ਇੱਥੇ ਆ ਕੇ ਕਿੰਨਾ ਕੁ ਔਖਾ ਕਿੰਨਾ ਕੁ ਸੌਖਾ ਲੱਗਦਾ? ਸਟੂਡੈਂਟ ਦਾ ਤਾਂ ਬੁਰਾ ਹਾਲ ਹੀ ਹੈ। ਠੀਕ ਹੈ ਜੀ। ਹਾਂਜੀ, ਜੇ ਕੋਈ ਆਉਣਾ ਚਾਹੁੰਦਾ ਤਾਂ ਮੇਰੇ ਐਕਸਪੀਰੀਅੰਸ ਦੇ ਮੁਤਾਬਿਕ ਤਾਂ ਵਰਕ ਪਰਮਿਟ 'ਤੇ ਹੀ ਆਵੇ ਜੀ। ਬੰਦਾ ਉੱਥੋਂ ਤਾਂ ਇਹ ਸੋਚ ਕੇ ਆਉਂਦਾ ਚਲੋ ਇੱਕ ਵਾਰੀ ਉੱਥੇ ਪਹੁੰਚਾਂ ਮੈਂ ਤੇ ਕੰਮ ਕਰਾਂਗਾ ਤੇ ਸਾਰਾ ਪਿੱਛੋਂ ਕਰਜ਼ਾ ਉਤਾਰ ਦਾਂਗਾ ਜੀ। ਪਰ ਜਦੋਂ ਇੱਥੇ ਬੰਦਾ ਆਂਦਾ ਤਾਂ ਦੇਖਦਾ ਕੁਝ ਹੋਰ ਹੈ ਕਿ ਇੱਥੇ ਕੰਮ ਹੀ ਨਹੀਂ ਹੈਗਾ। ਜਿਹੜਾ ਬੱਚਾ ਉੱਥੋਂ ਤਿਆਰ ਬੈਠਾ ਵੀ ਮੈਂ ਇੰਗਲੈਂਡ ਜਾਣਾ, ਉਹਨੂੰ ਕੰਸਲਟੈਂਟ ਮੈਨੂੰ ਨਹੀਂ ਪਤਾ ਕੀ ਕਹਿੰਦੇ ਹੋਣਗੇ, ਪੱਕੀ ਗੱਲ ਹੈ ਵੀ ਉਹਨੇ ਪੜ੍ਹ ਕੇ ਪੱਕਾ ਹੋ ਜਾਣਾ ਕਿ ਰਹਿ ਵੀ ਸਕਦਾ। ਜਿਹਨੇ ਵੀ ਇੱਥੇ ਆਉਣਾ ਆ, ਮੇਨ ਲੰਡਨ 'ਚ ਆਉਣਾ ਆ ਜਾਂ ਕਿਸੇ ਵੀ ਕੰਟਰੀ 'ਚ ਜਾਣਾ ਆ, ਉਹ ਆਪਦਾ ਸੋਚ ਸਮਝ ਕੇ ਵਿਚਾਰ ਕੇ ਜਾਵੇ, ਕਿਉਂਕਿ ਜਿਹੜੀ ਲਾਈਫ ਤੁਸੀਂ ਪਿੱਛੇ ਛੱਡ ਕੇ ਆਉਣੀ ਆ ਉਹ ਤੇ ਕਹਿ ਲਓ ਵੀ ਇੱਕ ਮਹਿਲ 'ਚੋਂ ਜਿਵੇਂ ਰਾਜੇ ਨੂੰ ਆਪਾਂ ਬਨਵਾਸ ਤੇ ਨਹੀਂ ਘੱਲ ਦੇਈਦਾ, ਉਹ ਵਾਲਾ ਹਾਲ ਹੋਣਾ ਹੈ ਇੱਥੇ ਆ ਕੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਮੈਂ ਪਰਮਵੀਰ ਸਿੰਘ ਬਾਠ ਤੁਹਾਡਾ ਸਵਾਗਤ ਕਰਦਾ। ਜਿਵੇਂ ਤੁਹਾਨੂੰ ਪਤਾ ਹੈ ਕਿ ਅਸੀਂ ਅੱਜ ਕੱਲ੍ਹ 4-5 ਦਿਨਾਂ ਦੇ ਲਈ ਇੰਗਲੈਂਡ ਆਏ ਹੋਏ ਸੀ। ਬਹੁਤ ਸਾਰੇ ਪੰਜਾਬੀ ਨੌਜਵਾਨ ਗੱਭਰੂ ਤੇ ਮੁਟਿਆਰਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਤੌਰ ਤੇ ਵੀ ਆਏ ਆ। ਪੁਰਾਣੇ ਵੀ ਬੰਦੇ ਬਹੁਤ ਆਏ ਆ ਜਿਨ੍ਹਾਂ ਨੂੰ 70 ਸਾਲ 60 ਸਾਲ ਹੋ ਗਏ। ਇਹ ਸਾਡਾ ਨਵਾਂ ਵਰਗ ਹੈ ਕਿਉਂਕਿ ਅਸੀਂ ਪੰਜਾਬ ਦੇ ਵਿੱਚੋਂ ਚੰਗੀ ਪੜ੍ਹਾਈ ਕਰਨ, ਚੰਗਾ ਕੰਮ ਕਰਨ ਤੇ ਮੁੜ ਕੇ ਚੰਗਾ ਰਹਿਣ ਸਹਿਣ ਲੱਭਣ ਦੇ ਲਈ ਆਉਂਦੇ ਆ। ਜਿੱਦਾਂ ਮੈਂ ਗਿਆ, ਜਿੱਦਾਂ ਲੱਖਾਂ ਪੰਜਾਬੀ ਜਿਹੜੇ ਹੋਰ ਗਏ। ਸਾਡੇ ਨਾਲ 2 ਪੰਜਾਬੀ ਗੱਭਰੂ ਇਸ ਵੇਲੇ ਅਸੀਂ ਬਿਲਕੁਲ ਇੰਗਲੈਂਡ ਦੀ ਯੂਨਾਈਟਿਡ ਕਿੰਗਡਮ ਦੀ ਪਾਰਲੀਮੈਂਟ ਦੇ ਕੋਲ ਖੜੇ ਆ। ਉਹਨਾਂ ਦੇ ਨਾਲ ਅਚਾਨਕ ਮੁਲਾਕਾਤ ਹੋ ਗਈ ਤੇ ਗੱਲਾਂ ਬਾਤਾਂ 2-4 ਕਰ ਲੈਣੇ। ਭਾਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਕੀ ਹਾਲ ਚਾਲ ਨੇ? ਵਧੀਆ ਭਾਜੀ। ਤੁਸੀਂ? ਤੁਹਾਡਾ ਸ਼ੁਭ ਨਾਮ ਕੀ ਆ? ਮੇਰਾ ਨਾਮ ਸੁਬੇਗ ਸਿੰਘ ਹੈ। ਸੁਬੇਗ ਸਿੰਘ। ਤੁਹਾਡਾ ਭਾਜੀ ਨਾਮ? ਮੇਰਾ ਨਾਮ ਜੀ ਅਫਤਾਬ ਸਿੰਘ। ਠੀਕ ਹੈ ਜੀ। ਸੁਬੇਗ ਸਿੰਘ ਜੀ, ਸਟੂਡੈਂਟ ਦੇ ਤੌਰ ਤੇ ਆਏ ਹੋ ਇੰਗਲੈਂਡ? ਹਾਂਜੀ, ਸਟੂਡੈਂਟ ਦੇ ਤੌਰ ਤੇ ਆਏ ਆ। ਕਦੋਂ ਦੇ ਆਏ ਹੋਏ ਹੋ? ਅਸੀਂ ਸਤੰਬਰ 'ਚ ਆਏ ਹਾਂ ਜੀ। ਸਤੰਬਰ, ਅਕਤੂਬਰ, ਨਵੰਬਰ, ਦਸੰਬਰ, ਜਨਵਰੀ 4 ਮਹੀਨੇ ਹੋਏ ਆ। ਤਾਂ ਪੜ੍ਹਾਈ ਕਿੰਨੇ ਸਾਲ ਦੀ ਆ? ਪੜ੍ਹਾਈ 3 ਸਾਲਾਂ ਦੀ। 3 ਸਾਲ ਦੀ। ਹਾਂਜੀ। ਪੰਜਾਬ ਤੋਂ ਕਿੱਥੋਂ? ਪਟਿਆਲੇ ਤੋਂ। ਪਟਿਆਲੇ ਤੋਂ। ਅੱਛਾ, ਮੈਂ ਕਿਉਂਕਿ ਹੋਰ ਬਹੁਤ ਸਾਰੇ ਨੌਜਵਾਨ ਹਜ਼ਾਰਾਂ ਦੀ ਗਿਣਤੀ ਦੇ ਵਿੱਚ, ਜਿਵੇਂ ਤੁਸੀਂ ਤਿਆਰ ਸੀ 6 ਮਹੀਨੇ ਪਹਿਲਾਂ, ਉਸੇ ਤਰੀਕੇ ਸਾਡੇ ਪੰਜਾਬੀ ਨੌਜਵਾਨ ਤਿਆਰ ਨੇ। ਪਰ ਹਰ ਇੱਕ ਦਾ ਰਿਸ਼ਤੇਦਾਰ ਨਹੀਂ ਇੱਥੇ ਹੁੰਦਾ, ਹਰ ਇੱਕ ਦਾ ਦੋਸਤ ਨਹੀਂ ਇੱਥੇ ਹੁੰਦਾ। ਗਰਾਊਂਡ ਰਿਐਲਿਟੀ ਉੱਥੇ ਕੀ ਦੱਸੀ ਜਾਂਦੀ ਆ ਤੇ ਇੱਥੇ ਕੀ ਆ? ਸਭ ਤੋਂ ਪਹਿਲਾਂ ਕੰਮਾਂ ਦੀ ਪੁੱਛਣੀ ਆ ਕਿਉਂਕਿ ਆਪਾਂ ਫੀਸਾਂ ਵੀ ਤਾਰਨੀਆਂ, ਉਹਨਾਂ ਨੇ ਵੀ ਤਾਰਨੀਆਂ, ਕਈ ਵਾਰੀ ਕਈਆਂ ਨੇ ਪੈਸੇ ਵੀ ਫੜੇ ਹੁੰਦੇ ਆ। ਇੰਗਲੈਂਡ ਦੇ ਵਿੱਚ ਜਿਹੜਾ ਅੰਤਰਰਾਸ਼ਟਰੀ ਵਿਦਿਆਰਥੀ ਆਉਂਦਾ ਉਹਨੂੰ ਕੰਮ ਛੇਤੀ ਲੱਭ ਪੈਂਦਾ? ਕੰਮ ਠੀਕ ਨੇ, ਕਿਵੇਂ ਨੇ? ਖੋਲ੍ਹ ਕੇ ਦੱਸਿਓ ਵਿਸਥਾਰ 'ਚ। ਕੰਮ ਤਾਂ ਜੀ ਦੇਖੋ ਇੱਦਾਂ ਹੈ, ਕੰਮ ਇੱਥੇ ਬਹੁਤ ਘੱਟ ਨੇ। ਠੀਕ ਹੈ। ਜੇ ਕੋਈ ਮਿਲਦਾ ਤਾਂ ਕੰਸਟਰਕਸ਼ਨ ਦਾ ਮਿਲਦਾ ਕਿਸੇ ਬਿਲਡਰ ਵਗੈਰਾ ਨਾਲ। ਠੀਕ ਹੈ ਜੀ। ਤੇ ਫੀਸਾਂ ਤਾਂ ਨਿਕਲਦੀਆਂ ਨਹੀਂ ਇੱਥੇ ਕਿ ਕੰਮ ਜੇ ਹੋਏਗਾ ਤਾਂ ਫੀਸਾਂ ਅਸੀਂ ਕੱਢਾਂਗੇ ਜੀ। ਤੇ ਉੱਤੋਂ ਆ ਗਈ ਗੱਲ ਐਕੋਮੋਡੇਸ਼ਨ ਦੀ। ਐਕੋਮੋਡੇਸ਼ਨ ਬਹੁਤ ਮਹਿੰਗੀ ਹੈ। ਅੱਛਾ, ਮੈਂ ਇੱਥੇ ਹੀ ਰੁਕਦਾ। ਜੇ ਬਿਲਡਰ ਦੇ ਨਾਲ ਕੋਈ ਮੰਨ ਲਓ ਬੰਦਾ ਤਕੜਾ ਹੈ, ਉਹ ਬਿਲਡਰ ਦੇ ਨਾਲ ਕੰਮ ਕਰਨ ਜੋਗਾ, ਉਹਨੂੰ ਰੋਜ਼ ਕੰਮ ਮਿਲ ਜੂ? ਨਹੀਂ, ਰੋਜ਼ ਨਹੀਂ ਮਿਲਦਾ ਨਾ। ਠੀਕ ਹੈ ਜੀ। ਜਿੱਦਾਂ ਜਿੰਨਾ ਉਹਨਾਂ ਕੋਲ ਕੰਮ ਹੈ ਉਹਨਾਂ ਕੀ ਅੱਗੇ ਪ੍ਰੋਵਾਈਡ ਕਰਦੇ ਨੇ। ਠੀਕ ਹੈ ਜੀ। ਕਿਉਂਕਿ ਰਿਸੈਸ਼ਨ ਚੱਲਦਾ ਪਿਆ ਇੱਕ ਤਾਂ ਇੱਥੇ। ਠੀਕ ਹੈ ਜੀ। ਕੰਮ ਦੀ ਸ਼ਾਰਟੇਜ ਬਹੁਤ ਜ਼ਿਆਦਾ ਹੋ ਗਈ। ਕੰਮ ਦੀ ਸ਼ਾਰਟੇਜ ਬਹੁਤ ਜ਼ਿਆਦਾ। ਹਾਂਜੀ। ਅੱਛਾ, ਤੁਸੀਂ ਲੰਡਨ 'ਚ ਹੀ ਪੜ੍ਹਦੇ ਹੋ? ਹਾਂਜੀ, ਲੰਡਨ 'ਚ ਹੀ ਪੜ੍ਹਦੇ ਹੋ। ਅੱਛਾ, ਦੂਸਰਾ ਇੱਕ ਤਾਂ ਇਹ ਸਮੱਸਿਆ ਆ ਗਈ ਕਿ ਆਪਾਂ ਥੋੜੀ ਫੀਸ ਦੇ ਕੇ ਆਉਂਦੇ ਆ, ਅਗਲੇ ਸਮੈਸਟਰ ਦੀ ਫੀਸ ਦੇਣੀ ਆ। ਜੇ ਕੰਮ ਘੱਟ ਮਿਲੂਗਾ ਤਾਂ ਫੀਸ ਜੁੜਦੀ ਨਹੀਂ, ਫਿਰ ਘਰੋਂ ਪੈਸੇ ਮੰਗਾਉਣੇ ਪੈਣਗੇ। ਦੂਸਰੀ ਗੱਲ ਆ ਗਈ ਰਿਹਾਇਸ਼ ਦੀ, ਕਮਰਾ ਕਿ ਕਿਰਾਇਆ ਕਿੰਨਾ ਆ। ਹੁਣ ਅਕਮੋਡੇਸ਼ਨ ਦੇ ਕੀ ਹਾਲਾਤ ਨੇ? ਕਿਰਾਇਆ ਤਾਂ ਫਿਰ ਜੇ ਕੰਮ ਘੱਟ ਨੇ ਕਿਰਾਇਆ ਵੀ ਘੱਟ ਹੀ ਦੇਣਾ ਪੈਂਦਾ ਹੁਣ। ਨਹੀਂ, ਕਿਰਾਇਆ ਤਾਂ ਬਹੁਤ ਹੈ। ਜਿੱਦਾਂ ਦੇਖੋ ਜੇ ਕੋਈ ਸ਼ੇਅਰਿੰਗ 'ਚ ਰਹਿੰਦਾ ਹੈ ਤੁਹਾਨੂੰ 700 ਪਾਉਂਡ 800 ਪਾਉਂਡ ਮਹੀਨੇ ਦਾ। ਜੇ ਕੋਈ ਬਾਕਸ ਰੂਮ ਲੈਂਦਾ ਤਾਂ 350 ਪਾਉਂਡ 400 ਪਾਉਂਡ। ਬਾਕਸ ਰੂਮ ਤੋਂ ਭਾਵ? ਬਾਕਸ ਰੂਮ ਸਿੰਗਲ ਪਰਸਨ ਲਈ, ਇਕੱਲੇ ਬੰਦੇ ਦਾ? ਹਾਂਜੀ, ਇਕੱਲੇ ਬੰਦੇ ਲਈ। ਠੀਕ ਹੈ। ਹਾਂਜੀ। ਬਾਕਸ ਰੂਮ ਜੀ ਉਹ ਰੂਮ ਹੁੰਦਾ ਜਿਹ 'ਚ ਸਿਰਫ ਆਪਾਂ ਕਹਿ ਲਈਏ ਕਿ ਆਪਣਾ ਸਮਾਨ ਤੇ ਆਪਾਂ ਖੁਦ ਹੀ ਆ ਸਕਦੇ ਹਾਂ। ਛੋਟਾ ਕਮਰਾ? ਹਾਂਜੀ। ਤੇ ਲੋਕਾਂ ਨੇ ਤੇ ਇੰਨੀ ਹੱਥ ਚੱਕੀ ਪਈ ਹੈ ਜੀ, ਉਹ ਵੀ
ਲਗਭਗ 500 ਤੋਂ ਲੈ ਕੇ 575 ਦੇ ਵਿੱਚ ਦਿੰਦੇ ਆ ਮਹੀਨੇ ਦਾ ਹਾਂਜੀ। ਸੋ ਇੱਕ ਛੋਟਾ ਕਮਰਾ ਜਿਹਦੇ ਵਿੱਚ ਬੰਦਾ ਆਪ ਰਹਿ ਸਕਦਾ, ਸਮਾਨ ਰੱਖ ਹੁੰਦਾ, ਭੀੜਾ ਕਮਰਾ ਆਪਾਂ ਕਹਿ ਲਈਏ ਵੀ ਉਹ ਵੀ 500 ਪਾਉਂਡ ਦਾ ਜਿਹੜਾ ਮਿਲਦਾ। ਤੇ ਜੇ ਤੁਸੀਂ ਇੱਕ ਦਿਨ ਬਿਲਡਰ ਦੇ ਨਾਲ ਮੰਨ ਲਓ ਜਾਂਦੇ ਹੋ ਜਾਂ ਕਿਸੇ ਵੀ ਕੰਮ ਤੇ, ਤਾਂ ਕਿੰਨੇ ਕੁ ਪਾਉਂਡ ਮਿਲਦੇ ਆ? ਜੇ ਬਿਲਡਰ ਨਾਲ ਜਾਂਦੇ ਆ, ਜੇ ਕੋਈ ਐਕਸਪੀਰੀਅੰਸ ਹੈ ਬੰਦੇ ਨੂੰ, ਹਾਂਜੀ। ਤਾਂ ਵੱਧ ਤੋਂ ਵੱਧ ਉਹਨੂੰ 80 ਕੁ ਪਾਉਂਡ ਮਿਲਦੇ ਨੇ। ਜਿਹਨੂੰ ਨਹੀਂ ਐਕਸਪੀਰੀਅੰਸ, ਉਹਨੂੰ ਵੱਧ ਤੋਂ ਵੱਧ ਤੁਹਾਨੂੰ ਮਿਲਣਗੇ 40-50 ਪਾਉਂਡ। ਠੀਕ ਹੈ ਜੀ। ਜਿਹਨੂੰ ਕਿਸੇ ਕੰਮ ਦਾ ਤਜਰਬਾ ਭਾਈ ਉਹਨੂੰ 80 ਪਾਉਂਡ ਵੀ ਮਿਲ ਸਕਦੇ ਆ, ਤੇ ਜਿਹਨੂੰ ਨਹੀਂ ਤਜਰਬਾ ਤੇ ਉਹਨੂੰ ਪਾਉਂਡ ਮਿਲਣੇ ਆ 40। ਇਹਦਾ ਮਤਲਬ ਹੈ ਕਿ ਜੇ ਕਿਸੇ ਨੂੰ ਕੰਮ ਆਉਂਦਾ ਤੇ ਉਹਦਾ ਥੋੜਾ ਜਿਹਾ ਮੁੱਲ ਹੈਗਾ, ਉਹਦਾ ਥੋੜਾ ਜਿਹਾ ਮੁੱਲ ਹੈਗਾ। ਠੀਕ ਹੈ ਜੀ। ਪਰ ਜਿਸ ਹਿਸਾਬ ਨਾਲ ਇੱਥੇ ਮਹਿੰਗਾਈ ਹੈ, ਜਿਸ ਨਾਲ ਕਮਰੇ ਐਕੋਮੋਡੇਸ਼ਨ ਮਹਿੰਗੀ ਹੈ, ਜੀ। 80 ਪਾਉਂਡ ਵੀ ਬਹੁਤ ਜਿੱਦਾਂ ਘੱਟ ਨੇ ਕਿਉਂਕਿ ਇਕੱਲਾ ਕਮਰੇ ਦਾ ਕਿਰਾਇਆ ਥੋੜੀ ਕਿੰਨਾ। ਦੂਸਰੀ ਗੱਲ ਹੈ ਰੋਟੀ ਖਾਣ ਪੀਣ ਦੀ, ਉਹਦੀ ਕੀ ਸਥਿਤੀ ਹੈ? ਆਪ ਬਣਾਉਣੀ ਪੈਂਦੀ ਹੈ? ਜੇ ਬਾਹਰੋਂ ਲੈਂਦੇ ਆ ਤਾਂ ਮਹਿੰਗੀ ਹੈ ਜਾਂ ਕੀ ਹਾਲਾਤ ਨੇ? ਖਾਣੇ ਦਾ ਇੱਦਾਂ ਜਿੱਦਾਂ ਮੈਂ ਟਿਫਨ ਲਗਾਇਆ ਹੋਇਆ ਹੈ, ਠੀਕ ਹੈ ਜੀ। ਤੇ ਟਿਫਨ ਮੈਨੂੰ ਪੈਂਦਾ ਹੈ 130 ਪਾਉਂਡਾਂ 'ਚ ਮਹੀਨੇ ਦਾ। ਠੀਕ ਹੈ ਜੀ। ਖਾਣਾ ਵਧੀਆ ਆਉਂਦਾ ਹੈ। ਇੱਕ ਟਾਈਮ ਟਿਫਨ ਆਉਂਦਾ? ਇੱਕ ਟਾਈਮ ਆਉਂਦਾ ਹੈ, ਉਹਦੇ ਵਿੱਚ 2 ਟਾਈਮ ਦਾ ਖਾਣਾ? 2 ਟਾਈਮ ਦਾ ਖਾਣਾ ਕਿੰਨੀਆਂ ਹੁੰਦਾ। ਰੋਟੀਆਂ ਕਿੰਨੀਆਂ ਸਬਜ਼ੀਆਂ? ਉਹਦੇ ਵਿੱਚ 8 ਰੋਟੀਆਂ ਹੁੰਦੀਆਂ, ਜਿੱਦਾਂ 2 ਹੈ। ਸਬਜ਼ੀਆਂ ਹੁੰਦੀਆਂ ਤੇ ਇੱਕ ਦਹੀਂ ਹੁੰਦਾ, ਜਿੱਦਾਂ ਇੱਕ ਦਹੀਂ ਹੁੰਦਾ। ਹਾਂਜੀ। ਅੱਛਾ, ਜੇ ਆਪਾਂ ਕਹਿ ਲਈਏ ਵੀ ਟਿਫਨ ਦੀ ਰੋਟੀ, ਕਈ ਵਾਰੀ ਜਿੱਦਾਂ ਕਿ ਆਪਾਂ ਟਿਫਨ ਦੀ ਰੋਟੀ ਖਾਂਦੇ ਆ, ਉਹ ਘਰ ਵਾਲੀ ਗੱਲ ਤਾਂ ਚਲੋ ਨਹੀਂ ਬਣਦੀ, ਬਟ ਕਈ ਲੋਕਾਂ ਨੇ ਟਿਫਨ ਦੇ ਵੀ ਜਿੱਦਾਂ ਕੋਈ ਸਬਜ਼ੀਆਂ ਆਉਂਦੀਆਂ ਜਾਂ ਰੋਟੀ ਆਉਂਦੀ ਆ, ਤਾਂ ਉਹ ਵੀ ਕੁਛ ਖਾਣਯੋਗ ਕਈ ਵਾਰੀ ਨਹੀਂ ਹੁੰਦੀ। ਹਾਂ, ਆਲੂ ਕਈ ਵਾਰੀ ਵੱਖਰੇ ਤੁਰੇ ਹੁੰਦੇ ਤੇ ਤਰੀ ਵੱਖਰੀ ਤੁਰੀ ਹੁੰਦੀ ਆ। ਆਲੂ ਦੇ ਨਾਲ ਜਣੀ ਰੰਗ ਨਹੀਂ ਚੜਦਾ ਆਲੂ ਦਾ। ਹਾਂਜੀ ਬਿਲਕੁਲ। ਸੋ ਇਸ ਤਰ੍ਹਾਂ ਆ ਜੀ ਹਾਲਾਤ, ਤੇ ਇੱਥੋਂ ਦੇ ਜੇ ਆਪਾਂ ਕਹਿ ਲਈਏ ਅੱਗੇ ਨਾਲੋਂ ਤਾਂ ਬਹੁਤ ਜ਼ਿਆਦਾ ਮਾੜੇ ਆ, ਕਿਉਂਕਿ ਜਿਵੇਂ ਕਿ ਇੰਗਲੈਂਡ ਇੱਕ ਛੋਟੀ ਕੰਟਰੀ ਆ ਜੀ, ਤੇ ਇੱਥੇ ਲਗਭਗ ਮੇਰੇ ਹਿਸਾਬ ਨਾਲ ਹਰੇਕ 11ਵਾਂ ਬੰਦਾ ਪੰਜਾਬੀ ਤੁਰਿਆ ਹੀ ਆ, ਹੈ ਨਾ। ਠੀਕ ਹੈ। ਬਟ ਜੇ ਆਪਾਂ ਕਹਿ ਲਈਏ ਕਿ ਕੰਮ ਬਿਲਕੁਲ ਹੀ ਨਹੀਂ, ਕੰਮ ਹੈ ਪਰ ਕੰਮ ਲੱਭਣਾ ਵੀ ਪੈਂਦਾ ਹੈ। ਲੱਭਣਾ ਪੈਂਦਾ, ਕਦੀ ਲੱਭਦਾ ਕਦੀ ਨਹੀਂ। ਕਦੇ ਲੱਭ ਜਾਂਦਾ, ਕਦੇ ਨਹੀਂ ਲੱਭ ਜਾਂਦਾ। ਜਿਵੇਂ ਕਿ ਵੀਰ ਨੇ ਕਿਹਾ ਕਿ ਜੇ ਐਕਸਪੀਰੀਅੰਸ ਬਿਲਡਰ, ਜੇ ਆਪਾਂ ਜਿਵੇਂ ਕਿ ਇੱਥੇ ਕਾਰਡ ਬਣਦਾ ਹੈ CSE ਕਾਰਡ, ਹਾਂਜੀ, ਉਹਦੇ ਨਾਲ ਆਪਾਂ ਕੰਸਟਰਕਸ਼ਨ ਦਾ ਕੰਮ ਕਰ ਸਕਦੇ ਹਾਂ। ਉਹਦੇ ਵਿੱਚ ਦਿਹਾੜੀ ਚੰਗੀ ਬਣ ਜਾਂਦੀ ਹੈ ਜੀ। ਜੇ ਆਪਾਂ ਕਿਸੇ ਆਪਣੇ ਪੰਜਾਬੀ ਬਿਲਡਰ ਨਾਲ ਜਾਂਦੇ ਆ, ਸਾਰੇ ਮਾੜੇ ਨਹੀਂ, ਸਾਰੇ ਚੰਗੇ ਨਹੀਂ, ਮੈਂ ਕਿਸੇ ਇੱਕ ਦੇ ਹੱਕ ਦੀ ਗੱਲ ਨਹੀਂ ਕਰਦਾ ਜੀ, ਪਰ ਕਈ ਆਪਣੇ ਸਪੋਰਟਿਵ ਨੇ ਜੀ, ਸਪੋਰਟ ਵੀ ਕਰਦੇ। ਹਾਂਜੀ ਜੀ। ਸੋ ਮਤਲਬ ਹਰੇਕ ਬੰਦਾ ਮਾੜਾ ਨਹੀਂ ਹੁੰਦਾ, ਹਰੇਕ ਬੰਦਾ ਚੰਗਾ ਨਹੀਂ ਹੁੰਦਾ। ਕਈ ਬੰਦੇ ਘੱਟ ਪੈਸੇ ਵੀ ਦਿੰਦੇ ਆ। ਹਾਂਜੀ, ਕਈ ਕਰ ਜਾਂਦੇ ਆ ਘਾਲਾ ਮਾਲਾ ਤੇ ਪਰ ਜੇ ਕਹਿ ਲਈਏ ਕਿ ਸਟਰਗਲ ਤੇ ਨਵੇਂ ਬੰਦੇ ਹਰੇਕ ਨੂੰ ਦੇਖਣੀ ਪੈਂਦੀ ਹੈ। ਬਿਲਕੁਲ। ਇੱਕ ਚੀਜ਼ ਮੈਂ ਹੋਰ ਪੁੱਛਣੀ ਆ, ਇੱਥੇ ਨਾ ਪਿਛਲੇ ਦਿਨਾਂ ਦੇ ਵਿੱਚ ਬੜੀ ਚਰਚਾ ਚੱਲਦੀ, ਕਿਉਂਕਿ ਜਦੋਂ ਉੱਥੋਂ ਤੁਰੇ ਸੀ ਤਾਂ ਇੰਗਲੈਂਡ ਹੋਰ ਤਰ੍ਹਾਂ ਦਾ ਦੱਸਿਆ ਗਿਆ ਹੋਣਾ ਜਾਂ ਲੱਗਦਾ ਹੋਣਾ। ਇੱਥੇ ਆਏ ਹੋ ਕਿਉਂਕਿ ਹਰ ਬੰਦਾ ਇੱਥੇ ਆਪਣਾ ਬੱਚਾ ਜਿਹੜਾ ਆਉਂਦਾ ਉਹ ਪੜ੍ਹਾਈ ਕਰਕੇ ਕੰਮ ਕਰਕੇ ਪੱਕਾ ਹੋਣਾ ਸਾਡਾ ਮਕਸਦ ਹੈਗਾ। ਹੁਣ ਇੱਥੇ ਆ ਕੇ ਕਿੰਨਾ ਕੁ ਔਖਾ ਕਿੰਨਾ ਕੁ ਸੌਖਾ ਲੱਗਦਾ, ਕਿਉਂਕਿ ਸਰਕਾਰਾਂ ਦੇ ਕਈ ਤਰ੍ਹਾਂ ਦੇ ਬਿਆਨ ਆਉਂਦੇ ਆ, ਪਾਰਲੀਮੈਂਟ ਦੇ ਵਿੱਚ ਕਈ ਕਾਗਜ਼ ਪੱਤਰ ਪੇਸ਼ ਹੁੰਦੇ ਆ। ਸਿਚੁਏਸ਼ਨ ਕੀ ਜਿੰਨੀ ਕਿ ਤੁਹਾਨੂੰ ਸਮਝ ਆਉਂਦੀ ਹੈ? ਸਿਚੁਏਸ਼ਨ ਤਾਂ ਇਦਾਂ ਜਿੱਦਾਂ ਸਟੂਡੈਂਟ ਦਾ ਤਾਂ ਬੁਰਾ ਹਾਲ ਹੀ ਹੈ। ਠੀਕ ਹੈ ਜੀ। ਹਾਂਜੀ, ਜੇ ਕੋਈ ਆਉਣਾ ਚਾਹੁੰਦਾ ਤਾਂ ਮੇਰੇ ਐਕਸਪੀਰੀਅੰਸ ਦੇ ਮੁਤਾਬਿਕ ਤਾਂ ਵਰਕ ਪਰਮਿਟ 'ਤੇ ਹੀ ਆਵੇ ਜਿੱਦਾਂ। ਠੀਕ ਹੈ ਜੀ। ਸਟੱਡੀ ਲਈ ਨਾ ਆਵੇ ਇੱਥੇ? ਸਟੱਡੀ ਲਈ ਤਾਂ ਬਹੁਤ ਔਖਾ ਹੈ। ਜਿੱਦਾਂ ਮਾਸਟਰਸ ਤਾਂ 1 ਸਾਲ ਦਾ ਹੁੰਦਾ ਹੈ ਜੀ, ਤੇ ਪਰ ਜੋ ਗ੍ਰੈਜੂਏਸ਼ਨ ਹੈ ਉਹ 2 ਜਾਂ 3 ਸਾਲ ਦੀ ਹੁੰਦੀ ਹੈ। ਤਾਂ 2 ਜਾਂ 3 ਸਾਲ ਫਿਰ ਫੀਸਾਂ ਬੰਦਾ ਕਿੱਦਾਂ ਕੱਢੇ, ਹੈ ਨਾ। ਤੇ ਮਾਸਟਰਸ ਦਾ ਤਾਂ ਇੱਦਾਂ ਹੈ, ਚੱਲ ਬੰਦਾ ਉੱਥੋਂ ਇੰਡੀਆ ਤੋਂ ਕਈ ਵਾਰ ਭਰ ਆਉਂਦਾ ਉਹਦੀ ਫੀਸ, ਤੇ ਔਖਾ ਸੌਖਾ ਬੰਦਾ ਇੱਥੇ ਕੱਢ ਵੀ ਲੈਂਦਾ ਜੀ। ਤੇ ਪਰ ਗ੍ਰੈਜੂਏਸ਼ਨ ਦਾ ਬਹੁਤ ਔਖਾ ਹੋ ਜਾਂਦਾ। ਪਰ ਜੇ ਕੋਈ ਕਿਸੇ ਨੇ ਸਟੱਡੀ ਤੇ ਆਉਣਾ ਹੈ ਤਾਂ ਮਾਸਟਰਸ ਲੈ ਕੇ ਆਵੇ। ਗ੍ਰੈਜੂਏਸ਼ਨ ਉੱਥੋਂ ਕੀਤੀ ਹੋਵੇ। ਗ੍ਰੈਜੂਏਸ਼ਨ ਉੱਥੋਂ ਕੀਤੀ। ਗ੍ਰੈਜੂਏਸ਼ਨ ਦੇ ਵਿੱਚ ਇਹ ਹੋ ਜਾਂਦਾ ਜੀ, ਗ੍ਰੈਜੂਏਸ਼ਨ ਦੇ ਤੁਹਾਡੇ ਕੋਲ ਟਾਈਮ ਜ਼ਿਆਦਾ ਹੁੰਦਾ ਆ ਜੀ। ਫੀਸਿਸ ਅਰੇਂਜ ਕਰਨੀਆਂ ਕਾਫੀ ਔਖੀਆਂ ਨੇ ਇੱਥੇ, ਜਿਵੇਂ ਕਿ ਕੰਮ ਦੇ ਹਾਲਾਤ ਦੇ ਅਨੁਸਾਰ। ਸੋ ਜਦੋਂ ਬੰਦਾ ਮਾਸਟਰਸ 'ਤੇ ਆਉਂਦਾ ਆ, ਉਹਦੀ ਸਾਲ ਦੀ ਫੀਸ ਆਲਰੇਡੀ ਪੇਡ ਹੁੰਦੀ ਆ ਜੀ, ਤੇ ਉਸ ਤੋਂ ਬਾਅਦ ਕੀ ਉਹ ਇੱਥੇ ਕੰਮ ਤੇ ਜਿਹੜੀ ਆਪਦੀ ਮਤਲਬ ਰੈਂਟ ਵਗੈਰਾ ਉਹ ਆਰਾਮ ਨਾਲ ਕੱਢ ਸਕਦਾ ਹੈ। ਹਾਂਜੀ। ਮੈਨੂੰ ਇੱਕ ਸਵਿਕ ਸਿੰਘ ਜੀ ਇੱਕ ਗੱਲ ਦੱਸਿਓ ਜ਼ਰੂਰ ਕਿ ਜਦੋਂ ਪਿੰਡੋਂ ਤੁਰੇ ਸੀ ਉਦੋਂ ਪਹਿਲੇ ਸਮੈਸਟਰ ਦੀ ਫੀਸ ਦਿੱਤੀ ਸੀ ਤਾਂ ਦੂਸਰੇ ਦੀ ਹੁਣ ਦੇਣੀ ਸੀ ਨਾ, ਉਹ ਕਿੰਨੀ ਫੀਸ ਆ ਦੂਸਰੇ ਸਮੈਸਟਰ ਤੁਹਾਡੀ? ਜਿੱਦਾਂ ਮੇਰੇ ਸਾਲ ਦੀ ਹੈਗੀ ਹੈ 15,000 ਪਾਉਂਡ। 15,000 ਪਾਉਂਡ? ਹਾਂਜੀ, ਠੀਕ ਹੈ। ਪਰ ਜਿੱਦਾਂ ਮੈਨੂੰ ਸਕਾਲਰਸ਼ਿਪ ਮਿਲੀ 1500 ਪਾਉਂਡ ਦੀ, ਤਾਂ 13,000 ਪਾਉਂਡ ਹੈ। ਠੀਕ ਹੈ ਜੀ। ਤੇ ਮੈਂ ਉੱਥੋਂ 5,000 ਪਾਉਂਡ ਭਰ ਕੇ ਆਇਆ ਸੀ। ਤੇ 7 ਭਰਨਾ ਜੀ? ਹਾਂਜੀ, ਭਰਨਾ ਹੈ ਜੀ। 8। ਫਿਰ ਜਦੋਂ ਇੱਥੇ ਆਇਆ ਤਾਂ ਯੂਨੀਵਰਸਿਟੀ ਵਾਲਿਆਂ ਨੇ ਕਿਹਾ ਕਿ ਤੁਹਾਡੀ ਇਨਰੋਲਮੈਂਟ ਨਹੀਂ ਹੋਣੀ, ਕਿਉਂਕਿ ਤੁਸੀਂ 50% ਵੀ ਨਹੀਂ ਭਰੀ ਫੀਸ ਆਪਦੀ। ਠੀਕ ਹੈ। ਤੇ ਫਿਰ ਉੱਥੋਂ ਬਾਅਦ 'ਚ ਜਿੱਦਾਂ ਮੈਂ 2,000 ਪਾਉਂਡ ਹੋਰ ਮੰਗਵਾਇਆ ਇੰਡੀਆ ਤੋਂ। ਹਾਂਜੀ, ਤਾਂ ਫਿਰ ਮੇਰੀ ਐਡਮਿਸ਼ਨ ਹੋਈ, ਜਿਵੇਂ ਫੁੱਲ ਇਨਰੋਲਮੈਂਟ ਹੋਇਆ ਮੈਂ, ਤੇ ਫਿਰ ਅੱਗੇ ਪ੍ਰੋਸੈਸ ਕੀਤਾ।
ਅੱਛਾ, ਇੱਕ ਚੀਜ਼ ਜੇ ਸਲਾਹ ਆਪਾਂ ਪੰਜਾਬ 'ਚ ਬੈਠੇ ਨੌਜਵਾਨਾਂ ਨੂੰ ਦੇਣੀ ਹੋਵੇ, ਮੈਂ ਇੱਕ ਵਾਰ ਫੇਰ ਦੱਸ ਦਿਆਂ ਕਿ ਅਸੀਂ ਯੂਨਾਈਟਿਡ ਕਿੰਗਡਮ ਦੀ ਜਿਹੜੀ ਪਾਰਲੀਮੈਂਟ ਹੈ ਲੰਡਨ ਦੇ ਵਿੱਚ ਬਿਲਕੁਲ ਉਹਦੇ ਸਾਹਮਣੇ ਖੜੇ ਆ ਤੇ ਦੋ ਨੌਜਵਾਨ ਸਾਨੂੰ ਪੰਜਾਬ ਦੇ ਟੱਕਰੇ ਨੇ 4-5 ਮਹੀਨੇ ਪਹਿਲਾਂ ਇੰਗਲੈਂਡ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟ ਦੇ ਤੌਰ ਦੇ ਉੱਤੇ ਆਏ ਆ ਤੇ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਦਾ ਪਤਾ ਲੱਗਿਆ ਹੋਣਾ ਕਿ ਕਿਰਾਏ ਕਿੰਨੇ ਆ। ਅਸੀਂ ਇਹ ਨਹੀਂ ਕਹਿੰਦੇ ਕਿ ਨਾ ਆਓ, ਮਾਨਸਿਕ ਤੌਰ ਦੇ ਉੱਤੇ ਤੁਹਾਡੀ ਤਿਆਰੀ ਬਹੁਤ ਜ਼ਰੂਰੀ ਹੈ ਕਿ ਕਿਰਾਏ ਕਿੰਨੇ ਨੇ। ਛੋਟਾ ਕਮਰਾ ਜਿਹੜਾ ਜਿੱਥੇ ਸਾਡਾ ਸਮਾਨ ਮਸੀਂ ਆਉਂਦਾ ਤੇ ਤੁਸੀਂ ਆਉਂਦੇ ਹੋ ਉਹ 500 ਪਾਉਂਡ ਦਾ ਜੇ, ਹੁਣ 125 ਪਾਉਂਡ ਦਾ ਜੇ ਤੁਹਾਡਾ ਟਿਫਨ ਲੱਗਣਾ, ਤੁਸੀਂ ਕਿਰਾਇਆ ਭਾੜਾ ਵੀ ਭਰਨਾ, ਕਿਤਾਬ ਕਾਪੀ ਵੀ ਲੈਣੀ ਹੈ ਤੇ 7-8 ਹਜ਼ਾਰ ਪਾਉਂਡ ਜਿੱਦਾਂ ਇਹਨਾਂ ਨੇ ਕਿਹਾ ਕਿ ਪਾਉਂਡ ਅੱਗੇ ਫੀਸ ਭਰਨ ਦਾ ਵੀ ਕੋਈ ਨਾ ਕੋਈ ਜੁਗਾੜ ਕਰਨਾ ਤੇ ਕੰਮ ਥੋੜ੍ਹੇ ਜਿਹਾ ਘੱਟ ਨੇ। ਸਾਰੀ ਦੁਨੀਆ ਦੇ ਵਿੱਚ ਹੀ ਹਲਕਾ ਹਲਕਾ ਰਸੈਸ਼ਨ ਆ ਗਿਆ। ਜੇ ਮੈਂ ਹਿਸਾਬ ਕਿਤਾਬ ਜਿਹਾ ਲਾਉਣਾ ਹੋਵੇ ਕਿ ਵੱਡੇ ਸ਼ਹਿਰ ਦੇ ਵਿੱਚ ਕਿਰਾਏ ਵੱਧ ਨੇ, ਹੋ ਸਕਦਾ ਛੋਟੇ ਸ਼ਹਿਰਾਂ 'ਚ ਕਿਰਾਏ ਘੱਟ ਹੋਣ ਜਾਂ ਹੋਰ ਖਰਚੇ ਘੱਟ ਹੋਣ, ਸਲਾਹ ਕੀ ਦੇਣਾ ਚਾਹੁੰਦੇ ਹੋ? ਕਿੱਦਾਂ ਦੇ ਕੋਰਸ ਲੈ ਕੇ ਆਉਣ, ਕਿੱਦਾਂ ਦੀ ਤਿਆਰੀ ਕਰਕੇ ਆਉਣ? ਘਰਦਿਆਂ ਤੋਂ ਫੀਸਾਂ ਮੰਗਾਉਣੀਆਂ ਹੀ ਪੈਣੀਆਂ, ਕੰਪਲਸਰੀ ਹੋ ਜਾਣਾ ਆ? ਕਿਉਂਕਿ ਕਈ ਵਾਰੀ ਇਹ ਹੁੰਦਾ ਨਾ ਕਿ ਬਾਕੀ ਤੁਸੀਂ ਫਿਕਰ ਨਾ ਕਰੋ, ਮੈਂ ਮਾਮੇ ਤੋਂ ਜਿਹੜੇ ਪੈਸੇ ਫੜੇ ਉਹ ਵੀ ਲਾ ਦਊਂਗਾ ਜਾ ਕੇ, ਕਿਉਂਕਿ ਆਸ ਹੁੰਦੀ ਨਾ ਬੰਦਾ ਕਹੂਗਾ ਮੈਂ ਕੰਮ ਕਰਨਾ। ਹਾਂਜੀ, ਬੰਦਾ ਉੱਥੋਂ ਤਾਂ ਇਹ ਸੋਚ ਕੇ ਆਉਂਦਾ ਚਲੋ ਇੱਕ ਵਾਰੀ ਉੱਥੇ ਪਹੁੰਚਾਂ ਮੈਂ ਤੇ ਕੰਮ ਕਰਾਂਗਾ ਤੇ ਸਾਰਾ ਪਿੱਛੋਂ ਕਰਜ਼ਾ ਉਤਾਰ ਦਾਂਗਾ। ਪਰ ਜਦੋਂ ਇੱਥੇ ਬੰਦਾ ਆਉਂਦਾ ਤਾਂ ਦੇਖਦਾ ਕੁਝ ਹੋਰ ਹੈ ਕਿ ਇੱਥੇ ਕੰਮ ਹੀ ਨਹੀਂ ਹੈਗਾ। ਜੇ ਕੰਮ ਹੀ ਨਹੀਂ ਹੈਗਾ ਤਾਂ ਕਰਜ਼ਾ ਉਤਾਰਨ ਦਾ ਦੂਰ ਦੀ ਗੱਲ, ਬੰਦੇ ਦੀ ਫੀਸਾਂ ਵੀ ਨਹੀਂ ਨਿਕਲਦੀਆਂ। ਸੋ ਥੋੜੀ ਜਿਹੀ ਤਿਆਰੀ ਖਿੱਚ ਕੇ ਆਉਣਾ। ਹਾਂਜੀ। ਅੱਛਾ, ਇੱਕ ਚੀਜ਼ ਮੈਨੂੰ ਹੋਰ ਦੱਸਿਓ ਕਿ ਕਿੰਨੇ ਕੁ ਬੱਚੇ ਨੇ ਤੁਹਾਡੀ ਕਲਾਸ 'ਚ ਪੰਜਾਬੀ? ਪੰਜਾਬੀ ਤਾਂ ਸਿਰਫ ਅਸੀਂ 3 ਜਣੇ ਹੀ ਆ, ਬਾਕੀ ਸਾਰੇ ਗੋਰੇ ਨੇ। ਸਾਰੇ ਗੋਰੇ ਨੇ? ਹਾਂਜੀ, ਠੀਕ ਹੈ। ਮੋਸਟਲੀ ਜਿਹੜੇ ਸਟੂਡੈਂਟ ਆਉਂਦੇ ਆ ਉਹਨਾਂ ਨੂੰ ਮੋਸਟਲੀ ਭਾਵੇਂ ਕੋਈ ਵੀ ਸਟਰੀਮ ਹੋਵੇ, ਕੋਈ ਆਰਟਸ ਨਾਲ ਰਿਲੇਟਡ ਹੋਵੇ, ਉਹਨਾਂ ਨੂੰ ਬਿਜ਼ਨਸ ਦੀ ਸਟਰੀਮ 'ਚ ਵਾੜ ਦਿੱਤਾ ਜਾਂਦਾ ਆ। ਪੰਜਾਬੀ ਆਪਣੇ ਬਿਜ਼ਨਸ ਦੀ ਜ਼ਿਆਦਾ ਹੈ। ਤੇ ਸਾਡੇ ਵੀ ਜਿਹੜੀ ਯੂਨੀਵਰਸਿਟੀ ਅਸੀਂ ਪੜ੍ਹਦੇ ਆ ਉੱਥੇ ਵੀ ਬਿਜ਼ਨਸ ਮੈਨੇਜਮੈਂਟ ਦੇ ਬੱਚੇ ਜ਼ਿਆਦਾ ਆ ਪੰਜਾਬੀ। ਹਾਂਜੀ, ਤੇ ਜਿਹੜਾ ਕੋਰਸ ਅਸੀਂ ਲਿਆ ਉਹ ਥੋੜ੍ਹਾ ਡਿਫਰੈਂਟ ਆ ਤੇ ਤਾਂ ਕਰਕੇ ਅਸੀਂ 3 ਹੀ ਪੰਜਾਬੀ ਆ ਜੀ। ਤੇ ਜਿਵੇਂ ਕਿ ਵੀਰੇ ਨੇ ਕਿਹਾ ਵੀ 15 ਫਸਟ ਸਮੈਸਟਰ ਦੀ ਫੀਸ ਫੇ ਵੀ ਮੇਰੇ ਹਿਸਾਬ ਨਾਲ ਘੱਟ ਹੁੰਦੀ ਹੈ। ਜਦੋਂ ਤੱਕ ਨੈਕਸਟ ਸਮੈਸਟਰ ਆਉਂਦਾ ਹੈ ਉਦੋਂ ਤੱਕ ਸਕਾਲਰਸ਼ਿਪਸ ਦੀਆਂ ਵੀ ਆਪਸ਼ਨ ਆ ਜਾਂਦੀਆਂ ਨੇ। ਬਟ ਫਿਰ ਵੀ ਜੋ ਕੋਈ ਆਉਣਾ ਚਾਹੁੰਦਾ ਹੈ ਤਾਂ ਉਹ 1 ਸਾਲ ਦੀ ਆਪਣੀ ਫੀਸ ਭਰ ਕੇ ਹੀ ਆਵੇ ਤਾਂ ਕਿ ਥੋੜ੍ਹਾ ਜਿਹਾ ਉਹ ਟੈਨਸ਼ਨ ਫਰੀ ਹੋਵੇ, ਕਿਉਂਕਿ ਯੂਨੀਵਰਸਿਟੀਜ਼ ਇੱਥੇ ਰਿਮਾਈਂਡਰ ਬਹੁਤ ਜਲਦੀ ਪਾਉਂਦੀਆਂ ਨੇ। ਅੱਛਾ, ਪਾਉਂਦੇ। ਇੱਕ ਚੀਜ਼ ਦੱਸਿਓ ਕਿ ਨਿਆਣੇ ਕਿਹੜੀ ਚੀਜ਼ ਨਾਲ ਕੇ ਕੱਪੜੇ ਕਿੱਦਾਂ ਦੇ ਲੈ ਕੇ ਆਉਣ, ਸਮਾਨ ਕਿਹੜਾ ਜ਼ਰੂਰੀ ਹੈ ਜਿਹੜਾ ਇੱਥੇ ਆ ਕੇ ਫੌਰੀ ਤੌਰ ਤੇ ਖਰੀਦਣਾ ਪੈਂਦਾ? ਮੇਰੇ ਹਿਸਾਬ ਨਾਲ ਤੇ ਇੱਥੇ ਜ਼ਿਆਦਾਤਰ ਗਰਮੀ ਘੱਟ ਪੈਂਦੀ ਹੈ ਜੀ। ਜਿਵੇਂ ਕਿ ਤੁਹਾਨੂੰ ਪਤਾ ਹੀ ਹੋਏਗਾ ਇੱਥੇ ਇੱਕ ਆਈਲੈਂਡ ਹੀ ਆ ਜੀ ਤੇ ਮੌਸਮ ਤੇ ਇੱਥੇ ਬਦਲਦਾ ਹੀ ਰਹਿੰਦਾ ਹੈ ਮਿੰਟ ਤੇ। ਸੋ ਮੇਰੇ ਹਿਸਾਬ ਨਾਲ ਸਿਰਫ ਗਰਮ ਕੱਪੜੇ ਤੇ ਆਪਦੇ ਜ਼ਰੂਰਤ ਦੀਆਂ ਚੀਜ਼ਾਂ ਲੈ ਕੇ ਆਉਣੀਆਂ ਚਾਹੀਦੀਆਂ ਨੇ। ਬਾਕੀ ਕਈ ਵਾਰੀ ਲੋਕੀ ਬਿਨਾਂ ਮਤਲਬ ਦਾ ਬੇਫਾਲਤੂ ਜਿਹਾ ਸਮਾਨ ਵੀ ਲੈ ਆਉਂਦੇ ਨੇ ਜਿਹਦੀ ਕੋਈ ਨੀਡ ਨਹੀਂ ਹੁੰਦੀ ਜੀ। ਤੇ ਬਸ ਮੈਂ ਤੇ ਇਹੀ ਕਹੂੰਗਾ ਵੀ ਮੇਨ ਗਰਮ ਕੱਪੜੇ ਹੀ ਲੈ ਕੇ ਆਉਣ। ਹਾਂਜੀ, ਠੀਕ ਹੈ। ਤੇ ਪੜ੍ਹਾਈ ਉਹਨਾਂ ਦਾ ਪੜ੍ਹਾਉਣ ਦਾ ਤਰੀਕਾ, ਭਾਸ਼ਾ ਬੋਲਣ ਦਾ ਢੰਗ ਤਰੀਕਾ ਸਮਝ ਆ ਜਾਂਦਾ? ਕੋਈ ਦਿੱਕਤ ਤਾਂ ਨਹੀਂ? ਪਹਿਲਾਂ ਦਾ ਦੇਖੋ ਸਮਝ ਨਹੀਂ ਆਉਂਦਾ, ਜਿੱਦਾਂ ਮਤਲਬ ਕਿ ਇਹਨਾਂ ਦਾ ਇੱਕ ਐਕਸੈਂਟ ਵੱਖਰਾ ਹੈ, ਸਮਝ ਆ ਜਾਂਦਾ ਹੈ ਪਰ ਜਿੱਦਾਂ ਥੋੜਾ ਸਮਝ ਆਉਂਦਾ ਹੈ। ਪਰ ਜਿਵੇਂ ਆਪਾਂ ਰਹੀ ਜਾਂਦੇ ਹਾਂ ਇੱਥੇ ਤੇ ਆਪਾਂ ਨੂੰ ਉਹਨਾਂ ਦੀ ਐਕਸੈਂਟ ਸਮਝ ਆਉਣ ਲੱਗ ਜਾਂਦਾ ਹੈ। ਠੀਕ ਹੈ ਜੀ। ਤੇ ਜੇ ਤਰੀਕੇ ਦੀ ਗੱਲ ਕਰੀਏ ਤਾਂ ਤਰੀਕਾ ਤਾਂ ਇਹਨਾਂ ਦਾ ਬਹੁਤ ਐਡਵਾਂਸ ਹੈ ਇੰਡੀਆ ਨਾਲੋਂ। ਹਾਂਜੀ। ਅੱਛਾ, ਆਖਰੀ ਸਵਾਲ, ਜੇ ਕੁਝ ਹੋਰ ਦੱਸਣਾ ਚਾਹੁੰਦੇ ਜ਼ਰੂਰ ਦੱਸ ਸਕਦੇ ਹੋ। ਜਿਹੜਾ ਬੱਚਾ ਉੱਥੋਂ ਤਿਆਰ ਬੈਠਾ ਵੀ ਮੈਂ ਇੰਗਲੈਂਡ ਜਾਣਾ, ਉਹਨੂੰ ਕੰਸਲਟੈਂਟ ਮੈਨੂੰ ਨਹੀਂ ਪਤਾ ਕੀ ਕਹਿੰਦੇ ਹੋਣਗੇ, ਪੱਕੀ ਗੱਲ ਹੈ ਵੀ ਉਹਨੇ ਪੜ੍ਹ ਕੇ ਪੱਕਾ ਹੋ ਜਾਣਾ ਕਿ ਰਹਿ ਵੀ ਸਕਦਾ? ਇਹ ਤਾਂ ਜੀ ਜੇ ਆਪਾਂ ਗੱਲ ਕਰ ਰਹੀਏ ਮਿਹਨਤ, ਹਾਂਜੀ, ਤੇ ਵਾਹਿਗੁਰੂ ਦੀ ਕਿਰਪਾ ਹੀ ਹੈ ਜੀ ਜੇ ਬੰਦਾ ਇੱਥੇ ਪੱਕਾ ਹੋ ਜਾਂਦਾ, ਕਿਉਂਕਿ ਇੱਥੇ ਪੱਕੇ ਬਹੁਤ ਹੀ ਔਖੇ ਹੋਇਆ ਜਾਂਦਾ ਹੈ ਜਿੱਥੋਂ ਤੱਕ ਮੈਂ ਦੇਖਿਆ, ਮੈਂ ਸੁਣਿਆ ਆ ਜੀ। ਬਾਕੀ ਆਪਾਂ ਨੂੰ ਵੀ ਇੰਨੀ ਜ਼ਿਆਦਾ ਗੱਲਾਂ ਦਾ ਪਤਾ ਨਹੀਂ, ਬਟ ਮੇਰੇ ਹਿਸਾਬ ਨਾਲ ਤੇ ਕੰਸਲਟੈਂਟ ਜਿਹੜੇ ਵੀ ਨੇ ਉਹ ਤਾਂ ਆਪਦੇ ਹਿਸਾਬ ਨਾਲ ਦੱਸ ਦਿੰਦੇ ਨੇ ਵੀ ਉੱਥੇ ਐ ਆ ਬਹੁਤ। ਤੁਹਾਨੂੰ ਕਹਿੰਦੇ ਸੀ ਕੰਮ ਮਿਲ ਜੂਗਾ? ਨਹੀਂ, ਸਾਨੂੰ ਤਾਂ ਇਦਾਂ ਦਾ ਕੁਝ ਨਹੀਂ ਕਿਹਾ ਗਿਆ। ਵੈਸੇ ਸਾਡੀ ਆਪਦੀ ਕਿਉਂਕਿ ਪ੍ਰੈਫਰੈਂਸ ਸੀਗੀ ਵੀ ਅਸੀਂ ਲੰਡਨ 'ਚ ਪੜ੍ਹਨਾ ਆ ਜੀ। ਬਾਕੀ ਸਟਰਗਲ ਤੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਦੇਖਣੀ ਪੈਂਦੀ ਆ। ਸੋ ਮੇਰੇ ਹਿਸਾਬ ਨਾਲ ਤੇ ਜਿਹਨੇ ਵੀ ਇੱਥੇ ਆਉਣਾ ਆ, ਮੇਨ ਲੰਡਨ 'ਚ ਆਉਣਾ ਆ ਜਾਂ ਕਿਸੇ ਵੀ ਕੰਟਰੀ 'ਚ ਜਾਣਾ ਆ, ਉਹ ਆਪਦਾ ਸੋਚ ਸਮਝ ਕੇ ਵਿਚਾਰ ਕੇ ਜਾਵੇ, ਕਿਉਂਕਿ ਜਿਹੜੀ ਲਾਈਫ ਤੁਸੀਂ ਪਿੱਛੇ ਛੱਡ ਕੇ ਆਉਣੀ ਆ ਉਹ ਤੇ ਕਹਿ ਲਓ ਵੀ
ਇੱਕ ਮਹਿਲ ਚੋਂ ਜਿਵੇਂ ਰਾਜੇ ਨੂੰ ਆਪਾਂ ਬਨਵਾਸ ਤੇ ਨਹੀਂ ਘੱਲ ਦੇਈਦਾ, ਉਹ ਵਾਲਾ ਹਾਲ ਹੋਣਾ ਹੈ ਇੱਥੇ ਆ ਕੇ। ਮੈਨੂੰ ਲੱਗਦਾ ਕਿ ਉਦਾਹਰਨ ਸਭ ਤੋਂ ਸਟੀਕ ਚੰਗੀ ਠੀਕ ਉਦਾਹਰਨ ਦਿੱਤੀ ਹੈ। ਬਿਲਕੁਲ ਜੀ। ਤੁਸੀਂ ਕੁਝ ਕਹਿਣਾ ਚਾਹੁੰਦੇ ਜੀ ਆਖਰ? ਮੈਂ ਤਾਂ ਇਹੀ ਕਹਿਣਾ ਚਾਹੁੰਦਾ, ਜਿਵੇਂ ਇਹਨਾਂ ਨੇ ਪਹਿਲਾਂ ਗੱਲ ਕੀਤੀ ਹੈ ਨਾ ਕਿ ਹਰ ਕੋਈ ਚੰਗਾ ਨਹੀਂ ਹੁੰਦਾ, ਹਰ ਕੋਈ ਮਾੜਾ ਨਹੀਂ ਹੁੰਦਾ। ਜਿੱਦਾਂ ਮੇਰੇ ਕਜ਼ਨ ਸੀ, ਉਹਨਾਂ ਨੇ ਮੈਨੂੰ ਸਾਂਭਿਆ ਇੱਥੇ ਹੈ ਨਾ, ਉਹਨਾਂ ਨੇ ਮੇਰੀ ਬਹੁਤ ਹੈਲਪ ਕੀਤੀ, ਉਹਨਾਂ ਨੇ ਮੈਨੂੰ ਅਕੋਮੋਡੇਸ਼ਨ ਦਾ ਕੀਤਾ ਤੇ ਅੱਗੇ ਮੈਨੂੰ ਕੰਮ ਲਵਾਇਆ ਉਹਨਾਂ ਨੇ। ਐਵੇਂ ਇੱਥੇ ਕਈ ਵਧੀਆ ਬੰਦੇ ਵੀ ਨੇ ਜੋ ਤੁਹਾਡੀ ਹੈਲਪ ਕਰਨਗੇ, ਜੋ ਤੁਹਾਨੂੰ ਕਿਤੇ ਦੇਖਦੇ ਨੇ ਤੁਸੀਂ ਰੋਡ ਤੇ ਬੈਠੇ ਹੋ, ਤੁਹਾਡੇ ਕੋਲ ਘਰ ਨਹੀਂ ਹੈਗਾ, ਕੁਛ ਨਹੀਂ ਹੈਗਾ, ਤਾਂ ਹਾਂਜੀ ਮਦਦ ਵੀ ਕਰਦੇ ਨੇ ਉਹ, ਕਿ ਤੁਹਾਨੂੰ ਅਸੀਂ ਹੈਲਪ ਕਰਦੇ ਹਾਂ ਕੋਈ ਰੂਮ ਲੱਭਣ 'ਚ, ਜੇ ਕੋਈ ਕੰਮ ਲੱਭਦਾ ਤੁਹਾਨੂੰ ਉੱਥੇ ਲਵਾਉਂਦੇ ਆ। ਹਾਂਜੀ, ਕਿਉਂਕਿ ਸਾਡੀ ਖੁਦ ਬੜਿਆਂ ਨੇ ਹੈਲਪ ਕੀਤੀ ਆ ਜਿੱਥੇ ਵੀ ਅਸੀਂ ਕੰਮ ਕਰਦੇ ਸੀਗੇ। ਸੋ ਮੈਂ ਪਾਰਟਿਕੂਲਰ ਕਿਸੇ ਦਾ ਨਾਮ ਨਹੀਂ ਲਊਂਗਾ ਕਿਉਂਕਿ ਸਾਡੀ ਵੀ ਹੈਲਪ ਕੀਤੀ ਆ। ਅਸੀਂ ਵੀ ਥੋੜ੍ਹੇ ਜਿਹੇ ਜਿਵੇਂ ਪਿੱਛੇ ਰਹਿ ਕਾਫੀ ਕੰਮ ਘੱਟ ਗਿਆ ਸੀਗਾ, ਸੋ ਅਸੀਂ ਵੀ ਘਰੇ ਫ੍ਰੀ ਬੈਠੇ ਸੀਗੇ। ਸੋ ਸਾਡੇ ਰਿਸ਼ਤੇਦਾਰ ਇੱਥੇ ਨੇ, ਉਹਨਾਂ ਨੇ ਵੀ ਸਪੋਰਟ ਕੀਤੀ, ਉਹਨਾਂ ਨੇ ਵੀ ਕਿਹਾ ਵੀ ਤੁਸੀਂ ਟੈਨਸ਼ਨ ਨਹੀਂ ਲੈਣੀ, ਅਸੀਂ ਤੁਹਾਡੇ ਨਾਲ ਖੜੇ ਹਾਂ। ਬਾਕੀ ਜੇ ਮੈਂ ਕਹਾਂ ਕਿ ਰਿਸ਼ਤੇਦਾਰ ਨੇ ਜਿਨ੍ਹਾਂ ਦੇ ਇੱਥੇ, ਸੋ ਭਾਵੇਂ ਕੋਈ ਰਿਸ਼ਤੇਦਾਰ ਆ ਭਾਵੇਂ ਕੋਈ ਦੋਸਤ ਆ, ਕਿਸੇ ਨਾਲ ਨਾ ਵਿਗਾੜੋ ਕਿਉਂਕਿ ਮਾੜੇ ਵੇਲੇ ਤੇ ਕੋਈ ਵੀ ਕੰਮ ਆ ਸਕਦਾ ਹੈ। ਬਾਹਰਲੇ ਮੁਲਕ 'ਚ ਵੈਸੇ ਵੀ ਤੁਹਾਨੂੰ ਪਤਾ ਹੈ ਜੀ, ਪੰਜਾਬੀ ਦੇ ਕੰਮ ਆਉਂਦਾ ਆ। ਨਹੀਂ ਠੀਕ ਹੈ ਜੀ, ਬਹੁਤ ਮਿਹਰਬਾਨੀ। ਸ਼ੁਭ ਸ਼ਾਮਾਂ ਤੁਹਾਡੇ ਚੰਗੇ ਭਵਿੱਖ ਦੇ ਲਈ, ਮਿਹਰਬਾਨੀ, ਚੜ੍ਹਦੀ ਕਲਾ 'ਚ ਰਹੋ। ਸੋ ਇਹ ਦੋ ਨੌਜਵਾਨ ਸੈਪਟੈਂਬਰ 2022 ਦੇ ਵਿੱਚ ਹੀ ਇੱਥੇ ਪੜ੍ਹਨ ਆਏ ਨੇ। ਮੈਨੂੰ ਲੱਗਦਾ ਕਿ ਜਿਹੜੇ ਇੰਗਲੈਂਡ ਦੀ ਤਿਆਰੀ ਖਿੱਚ ਕੇ ਬੈਠੇ ਆ ਉਹ ਜ਼ਰੂਰ ਸਮਝ ਲੈਣ ਕਿ ਕੰਮ ਕਿੰਨਾ ਕਾ, ਅਕੋਮੋਡੇਸ਼ਨ ਦਾ ਖਰਚਾ ਕਿੰਨਾ ਕਾ, ਖਾਣ ਪੀਣ ਦਾ ਕਿੰਨਾ ਕਾ, ਉਹ ਸਾਰਾ ਹਿਸਾਬ ਕਿਤਾਬ ਲਾ ਕੇ ਆਉਣ। ਉਹਨਾਂ ਨੇ ਕਿਹਾ ਸੀ ਕਿ ਸਾਲ ਦੀ ਫੀਸ ਦੇ ਕੇ ਆਓ, ਕਿਉਂਕਿ ਆਉਂਦੇ ਹੀ ਪੌਂਡ ਦਰਖਤ ਦੇ ਨਾਲੋਂ ਲਿੱਥਣੇ ਨਹੀਂ। ਅਸੀਂ ਉਮੀਦ ਕਰਦੇ ਹਾਂ ਕਿ ਜਿੰਨੇ ਵੀ ਨੌਜਵਾਨ ਪੜ੍ਹਨ ਆਏ ਨੇ ਆਰਾਮ ਨਾਲ ਰਹਿਣ, ਚੰਗੀ ਤਰ੍ਹਾਂ ਰਹਿਣ। ਪੁਰਾਣੇ ਬੰਦੇ ਮਦਦ ਵੀ ਕਰਦੇ ਆ, ਪਰ ਜਿਹੜੇ ਚਲਾਕ ਬੰਦੇ ਨੇ ਉਹਨਾਂ ਤੋਂ ਬਚ ਕੇ ਵੀ ਰਹੋ। ਕੋਈ ਵੀ ਬੰਦਾ ਕਿਸੇ ਵੀ ਵੇਲੇ ਧੋਖਾ ਦੇ ਸਕਦਾ, ਪਰ ਚੰਗੇ ਬੰਦਿਆਂ ਦੀ ਬਹੁਤਾਤ ਹੈ ਤੇ ਸੋਚ ਸਮਝ ਕੇ ਮਾਨਸਿਕ ਤੌਰ ਦੇ ਉੱਤੇ ਪੂਰੀ ਤਿਆਰੀ ਖਿੱਚ ਕੇ ਆਓ। ਅਸੀਂ ਤੁਹਾਡੇ ਸਾਰਿਆਂ ਦੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹਾਂ। ਇੱਥੇ ਹੀ ਮੈਨੂੰ ਪਰਮਜੀਤ ਸਿੰਘ ਬਾਠ ਨੂੰ ਦਿਓ ਆਗਿਆ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ। ਹੁਣ ਕਿਸੇ ਵੀ ਤਰ੍ਹਾਂ ਦੀ ਡਿਸ਼, ਕੇਬਲ ਜਾਂ ਬਾਕਸ ਤੋਂ ਬਿਨਾਂ ਦੇਖੋ ਪ੍ਰਾਈਮ ਏਸ਼ੀਆ ਟੀਵੀ ਬਿਲਕੁਲ ਫ੍ਰੀ। ਜੇਕਰ ਤੁਹਾਡੇ ਕੋਲ ਸੈਮਸੰਗ, LG, roku, ਐਪਲ ਟੀਵੀ ਜਾਂ ਹੋਰ ਕੋਈ ਵੀ ਸਮਾਰਟ ਟੀਵੀ ਹੈ ਤਾਂ ਪ੍ਰਾਈਮ ਏਸ਼ੀਆ ਟੀਵੀ ਦੀ ਐਪ ਸਰਚ ਕਰਕੇ ਇੰਸਟਾਲ ਕਰ ਲਓ। ਤੁਸੀਂ ਜਿਸ ਵੀ ਦੇਸ਼ 'ਚ ਰਹਿੰਦੇ ਹੋ ਉੱਥੋਂ ਦੇ ਪ੍ਰੋਗਰਾਮ ਤੇ ਖਬਰਾਂ ਵੇਖ ਸਕਦੇ ਹੋ, ਕਿਉਂਕਿ ਹੁਣ ਹਰ ਦੇਸ਼ ਲਈ ਵੱਖਰਾ ਪ੍ਰਾਈਮ ਏਸ਼ੀਆ ਟੀਵੀ ਚੈਨਲ ਹੈ, ਜਿਵੇਂ ਕੈਨੇਡਾ, USA, UK, ਯੂਰਪ, ਨਿਊਜ਼ੀਲੈਂਡ, ਆਸਟ੍ਰੇਲੀਆ ਤੇ ਇੰਡੀਆ। ਇਹ ਐਪ ਤੁਸੀਂ ਘਰ ਦੇ ਸਾਰੇ ਸਮਾਰਟ ਟੀਵੀਜ਼ ਤੇ ਡਾਊਨਲੋਡ ਕਰ ਸਕਦੇ ਹੋ ਬਿਲਕੁਲ ਫ੍ਰੀ। ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।